स्टूडेंट्स अज आपां जमात 9वीं विशा पंजाबी इहदे विच असीं वनगी पुस्तक दे विचों कहानी भाग शुरू करांगे जिहदे विच पहला पाठ आ कल्लो कहानी आ। 1936 विच लेखक अपना नावल कागतां दी बेड़ी लिखण लई धर्मशाला पुज्जा। हत्थ जरा तंग होण करके ऐतकी उसने उत्थे दी रमणीक थां मकलौड़गंज दी किसी होटल दी थां एक गुमनाम जहे महल्ले विच अपने एक इकल्ले रहिंदे दोस्त दे घर जाके डेरा लाया। पर इत्थे एक मुश्किल ये पई कि उत्थों दी मुटियार जही सफाई सेविका कल्लो एक नाम आ बच्चे जिहड़ी सफाई सेविका वा दो वेले महल्ले च आउंदी ते जिन्ना चिर उत्थे रहिंदी उस दा किसे ना किसे नाल आडा लगा रहिंदा। आडा मतलब असीं कह सकदे हां लड़ाई झगड़ा किसे नाल लगा रहिंदा। ओह हर वेले सड़ी पुज्जी दिसदी। ओह हद दर्जे दी ढीठ ते मूँह फट सी। लेखक नूं उस दा कला कलेश बहुत बुरा लगदा। ओह उस तो बहुत आवाज़ार सी पर उस कोल इस मुसीबत तो बचण दा कोई भी राह नहीं सी। असीं पढ़िया कि लेखक आ ਉਹ 1936 ਦੇ ਵਿੱਚ ਨਾਵਲ ਲਿਖ ਲੱਗਾ ਸੀ ਕਾਗਤਾਂ ਦੀ ਬੇੜੀ। ਉਹਦੇ ਲਈ ਉਹ ਕਿੱਥੇ ਪਹੁੰਚਾ? ਧਰਮਸ਼ਾਲਾ ਪੁੱਜਾ। ਉੱਥੋਂ ਦੀ ਸੋਹਣੀ ਥਾਂ ਜਿਹੜੀ ਮਕਲੌੜਗੰਜ ਦੇ ਕਿਸੇ ਹੋਟਲ ਦੇ ਵਿੱਚ ਜਾਣ ਦੀ ਥਾਂ 'ਤੇ ਕੀ ਆ ਇੱਕ ਗੁਮਨਾਮ ਜਿਹੇ ਮਹੱਲੇ ਮਤਲਬ ਆਪਣੇ ਦੋਸਤ ਦੇ ਘਰੇ ਚਲਾ ਜਾਂਦਾ ਵਾ ਤਾਂ ਕਿ ਉੱਥੇ ਨਾਵਲ ਲਿਖ ਸਕੇ ਆਪਣਾ ਕਾਗਤਾਂ ਦੀ ਬੇੜੀ। ਫਿਰ ਉੱਥੇ ਉਹਨੂੰ ਇੱਕ ਸਫਾਈ ਸੇਵਿਕਾ ਟੱਕਰਦੀ ਆ ਜਿਹੜੀ ਰੋਜ਼ ਮਹੱਲੇ ਦੇ ਵਿੱਚ 2 ਵਾਰੀ ਆਉਂਦੀ ਸੀ ਦਿਨ 'ਚ ਸਫਾਈ ਕਰਦੀ ਸੀਗੀ। ਪਰ ਉਹ ਸਫਾਈ ਸੇਵਿਕਾ ਦਾ ਸੁਭਾਅ ਜਿਹੜਾ ਵਾ ਬੜਾ ਲੜਾਕਾ ਸੀਗਾ, ਲੜਾਕੇ ਸੁਭਾਅ ਦੀ ਸੀਗੀ। ਉਹ ਹਰ ਵੇਲੇ ਕਿਸੇ ਨਾ ਕਿਸੇ ਨਾਲ ਲੜਦੀ ਰਹਿੰਦੀ ਸੀਗੀ। ਇਸ ਕਰਕੇ ਉਹਦੀ ਲੜਾਈ ਤੋਂ ਔਰ ਸ਼ੋਰ ਸ਼ਰਾਬੇ ਤੋਂ ਕੀ ਆ ਲੇਖਕ ਨੂੰ ਨਾਵਲ ਲਿਖਣ 'ਚ ਦਿੱਕਤ ਆਉਂਦੀ ਸੀ। ਅੰਤ ਲਾਚਾਰ ਹੋ ਕੇ ਲੇਖਕ ਨੇ ਅਗਲੀ ਸਵੇਰ ਉੱਥੇ ਆਪਣਾ ਡੇਰਾ ਡੰਡਾ ਚੁੱਕ ਕੇ ਕਿਸੇ ਹੋਰ ਥਾਂ ਜਾਣ ਦਾ ਫੈਸਲਾ ਕਰ ਲਿਆ। ਪਰੰਤੂ ਅਗਲੇ ਦਿਨ ਭਾਰੀ ਬਾਰਿਸ਼ ਹੋਣ ਕਰਕੇ ਉੱਥੋਂ ਨਾ ਜਾ ਸਕਿਆ। ਵੀ ਜਾਣ ਦੀ ਉਹਨੇ ਸਲਾਹ ਕਰ ਲਈ ਉਹ ਜਗ੍ਹਾ ਬਦਲਣ ਦੀ ਪਰ ਮੀਂਹ ਪੈਣ ਕਰਕੇ ਉਹ ਰੁਕ ਗਿਆ। ਕੱਲੋ ਵੀ ਕਿਧਰੇ ਵਿਖਾਈ ਨਾ ਦਿੱਤੀ ਅਤੇ ਉਹ ਘਰ ਬੈਠਾ ਲਿਖਦਾ ਰਿਹਾ। ਦੁਪਹਿਰ ਵੇਲੇ ਲੇਖਕ ਜਦੋਂ ਆਰਾਮ ਕੁਰਸੀ 'ਤੇ ਬੈਠ ਕੇ ਆਪਣੇ ਦੋਸਤ ਦੇ ਲਿਆਂਦੇ ਅੰਬ ਚੂਪ ਰਿਹਾ ਸੀ ਤਾਂ ਕੱਲੋ ਨੇ ਆ ਕੇ ਉਸ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰਤਾ। ਕਿ ਕੱਲੋ ਨੇ ਆ ਕੇ ਕੀ ਆ ਬੁਰਾ ਭਲਾ ਬੋਲਣਾ ਸ਼ੁਰੂ ਕਰਤਾ। ਆ ਕੇ ਕੁਝ ਨਾ ਕੁਝ ਕਹਿਣ ਲੱਗੀ। ਉਹ ਉਸ ਨੂੰ ਕਹਿ ਰਹੀ ਸੀ ਕਿ ਉਸ ਨੂੰ ਦਿਖਦਾ ਨਹੀਂ ਕਿ ਉਸਨੇ ਕਿੰਨਾ ਕੂੜਾ ਖਿਲਾਰ ਦਿੱਤਾ ਹੈ। ਕੱਲੋ ਦੀ ਕੜਕ ਸੁਣ ਕੇ ਲੇਖਕ ਨੂੰ ਖਿਆਲ ਆਇਆ ਕਿ ਉਹ ਅੰਬ ਚੂਪ ਕੇ ਗਿਟਕਾਂ 'ਤੇ ਛਿਲਕ ਜਿਹੜੇ ਆ ਬੇਪਰਵਾਹੀ ਨਾਲ ਸੁੱਟ ਰਿਹਾ ਸੀ ਕਿਉਂਕਿ ਉਹ ਸਫਾਈ ਸੇਵਿਕਾ ਵਾ ਉਹਨੂੰ ਸਫਾਈ ਕਰਨੀ ਪੈਣੀ ਸੀਗੀ ਕੱਲੋ ਨੂੰ। ਅਤੇ ਲੇਖਕ ਨੂੰ ਯਾਦ ਆ ਗਿਆ ਵੀ ਉਹ ਕਿਉਂ ਗੁੱਸੇ ਹੋ ਰਹੀ ਆ ਕਿਉਂਕਿ ਲੇਖਕ ਨੇ ਅੰਬ ਚੂਪੇ ਸੀਗੇ ਉਹ ਜਿਹੜੇ ਉਹਦੇ ਦੋਸਤ ਨੇ ਲਿਆਂਦੇ ਸੀਗੇ ਅਤੇ ਉਹ ਚੂਪ ਕੇ ਉਹਨੇ ਛਿੱਲੜ ਅਤੇ ਉਹਦੀ ਗਿਟਕਾਂ ਜਿਹੜੀਆਂ ਨੇ ਉਹ ਬਾਹਰ ਸੁੱਟਤੇ। ਉਸ ਨੇ ਇੱਕਦਮ ਉੱਠ ਕੇ ਗਿਟਕਾਂ 'ਤੇ ਛਿੱਲੜ ਇਕੱਠੀਆਂ ਕਰਦਿਆਂ ਕਿਹਾ, बड़ी भूल हो गई बहन, मुआफ़ करना, परदेसी हूँ, ख्याल नहीं रहा। ये कौन कह रहा? लेखक कह रहा वा भी मैनू ख्याल नहीं रहा इस चीज़ का कि मैं कूड़े नूं किसी होर थां ते सुट्टां, मैनू माफ़ कर दे। लेखक नूं डर से कि कल्लो उसकी बुरी बाब करेगी कि उसनूं बुरा बोलेगी। परंतु वो ये देख के हैरान रह गया कि ओह मूँहों एक शब्द भी ना बोली तो लेखक नूं कहण लगी कि वह सफाई ना करे सगों ਉਹ ਆਪ ਕਰ ਦੇਵੇਗੀ। ਇਸ ਪਿੱਛੋਂ ਉਹ ਸਭ ਹੂੰਝ ਕੇ ਅਤੇ ਸਫਾਈ ਕਰਕੇ ਚਲੀ ਗਈ। ਵੀ ਉਹਨੂੰ ਲੇਖਕ ਨੂੰ ਇਹ ਲੱਗਦਾ ਸੀ ਕਿ ਕੱਲੋ ਨੂੰ ਗੁੱਸੇ ਹੋਊਗੀ ਕੂੜਾ ਸਿੱਟਣ 'ਤੇ ਜਿਵੇਂ ਛਿੱਲਕ ਸਿੱਟਣ 'ਤੇ ਗਿਟਕਾਂ ਸਿੱਟਣ 'ਤੇ ਅੰਬ ਦੀਆਂ। ਪਰ ਲੇਖਕ ਹੈਰਾਨ ਹੋ ਗਿਆ ਕਿ ਕੱਲੋ ਉਹਨੂੰ ਕੁਛ ਵੀ ਨਹੀਂ ਬੋਲੀ। ਨੈਕਸਟ ਅਗਲੇ ਦਿਨ ਜਦੋਂ ਕੱਲੋ ਆਈ ਤਾਂ ਉਸਨੇ ਸਭ ਤੋਂ ਪਹਿਲਾਂ ਲੇਖਕ ਦੇ ਘਰ ਦਾ ਅੱਗਾ ਸਾਫ਼ ਕੀਤਾ ਕਿ ਉਹਦੇ ਬੂਹੇ ਦੇ ਬਾਹਰ ਸਾਰਾ ਸਫਾਈ ਕੀਤੀ ਨਾਲੀ ਦਾ ਗੰਦ ਵੀ ਕੱਢਤਾ। ਇੱਧਰੋਂ ਵਿਹਲੀ ਹੋ ਕੇ ਉਸਨੇ ਲੇਖਕ ਨੂੰ ਦਾਦਾ ਕਹਿ ਕੇ ਅੰਦਰਲੇ ਕੂੜੇ ਨੂੰ ਬਾਹਰ ਸੁੱਟਣ ਬਾਰੇ ਪੁੱਛਿਆ। ਦਾਦਾ ਬੱਚੇ ਇੱਕ ਬੰਗਾਲ ਦੇ ਵਿੱਚ ਇਹ ਵਰਡ ਯੂਜ਼ ਕੀਤਾ ਜਾਂਦਾ ਦਾਦਾ ਮਤਲਬ ਵੱਡਾ ਭਰਾ। ਉਹਨੇ ਕਿਹਾ ਕਿ ਦਾਦਾ ਜੇ ਕੂੜਾ ਹੈ ਤਾਂ ਬਾਹਰ ਸੁੱਟ ਦਿਓ। ਲੇਖਕ ਨੂੰ ਉਸ ਦੇ ਮੂੰਹੋਂ ਦਾਦਾ ਸ਼ਬਦ ਸੁਣ ਕੇ ਜ਼ਰਾ ਔਖ ਹੋਈ ਵੀ ਥੋੜ੍ਹਾ ਜਿਹਾ ਹੈਰਾਨ ਹੋ ਗਿਆ ਉਹ। ਪਰ ਉਸ ਦਿਨ ਕੱਲੋ ਨੇ ਕਿਸੇ ਮੁਹੱਲੇ ਵਾਲੀ ਨਾਲ ਆਡਾ ਨਾ ਲਾਇਆ। ਕੁਝ ਦੇਰ ਮਗਰੋਂ ਲੇਖਕ ਨੇ ਉਸ ਨੂੰ ਆਪਣੇ ਬੂਹੇ ਦੀ ਕੰਧ ਕੋਲ ਖੜੀ ਦੇਖਿਆ। ਲੇਖਕ ਨੇ ਸਮਝਿਆ ਕਿ ਸ਼ਾਇਦ ਉਹ ਕੰਮ ਦੀ ਮਜ਼ਦੂਰੀ ਲੈਣ ਆਈ ਆ ਵੀ ਜਿਹੜੀ ਉਹਨੇ ਉਸ ਦਿਨ ਸਫਾਈ ਕੀਤੀ ਸੀ ਵੀ ਸ਼ਾਇਦ ਉਹ ਉਸ ਸਫਾਈ ਦੇ ਪੈਸੇ ਲੈਣ ਆਈ ਆ। ਲੇਖਕ ਨੂੰ ਇਹ ਲੱਗਿਆ।
उसने अपनी जेब विचों एक आना कढ़ के उस वाल सुट्टिया, पर उसने ना चुक्या। एक आना कढ़ के लेखक ने सुट्टिया सी, ठीक है, पर कल्लो जिहड़ी वो पैसे नहीं चकदी। लेखक ने उसनूं लालचन समझिया, एक आना होर उस वाल सुट्टिया। पहला एक आना सुट्टिया तो फिर एक आना होर उहदे वल सुट्टता, परंतु कल्लो ने कहा कि ओह नहीं लवेगी। यह सुन के लेखक ने उसके लालची सुभाਅ नूं कोसिया भी उन्होंने लगे भी तो लालचन आ, भी एक आना भी नहीं लै रही, दो आने भी नहीं लै रही, पर फिर उन्होंने लगता भी बहुत ज़्यादा लालचन आ तो उन्होंने कोसदा वा। जदों लेखक ने उसनूं पुछया कि वह पैसे क्यों नहीं लैंदी, तो उसने संगद्या संगद्या कहा कि वह कल उसने उसनूं बहन कहा सी, क्योंकि लेखक ने बहन, बहन मतलब भैन, लेखक ने कल्लो नूं बहन कहा सी, इसलिए उन्हें किया कल्लो ने पैसे ना ले। कल्लो दे इस एक वाक ने लेखक सामने उसकी सारी तस्वीर बदल दी। हुण तस्वीर देखो बच्चों दी किवें बदल गई। जिहड़ा पहलां वो सोच रहा सी लेखक कि कल्लो लालचन होऊगी, उही जिहड़ा वा उन्होंने हुण ये लग रहा कि किवें उन्हें बहन कहण दे नाल ही की आ उन्हें उह तों कोई मजदूरी नहीं लई। उसदे मन विच कल्लो लई जो नफरत सी वो प्यार च बदल गई। वह मींह विच भिज रही सी। लेखक ने उसनूं अंदर आउण लई कहा। लेखक नूं जापदा सी कि ओह उस नाल कुछ गल्लां करनियां चाहुंदी है, कि उहदे बारे जानना चाहुंदी है कि जे वह अजनबी है तो कौन आ, कित्थों आया, पर वह अगे रोटी बनाउण दी थां देख के झिझक रही सी। लेखक ने जदों उसनूं फिर छत दे हेठां हो जाण लई कहा, क्योंकि मींह पै रिहा सीगा, वो कह रहा सी कि तू छत दे हेठां होके खड़ी हो जा ताकि भिजे ना, तां उसने बड़ी चौकसी नाल दहलीज टप्पी। दहलीज मतलब देहली। उस दियां गल्लां तो लेखक नूं पता लगा कि वह बंगालन है। आपां पढ़िया सी उहने दादा शब्द भी वरतिया सीगा लेखक दे लई, मतलब वह बंगालन है। एक जिहड़ी कल्लो आ उसनूं समझ लग गई कि बंगला विच वड्डे भरा नूं दादा कहंदे हन। नाल ही लेखक ने अनुभव किया कि उस कुड़ी दे अंदर प्यार दी कितनी भुख है, जिस दी अप्राप्ति ने उस दे अंदर नफरत अते हिंसा भर दित्ती आ। नफरत ते हिंसा सानूं किवें पता लगदी सी, लैसन दे शुरू च पढ़िया वा कि किवें कल्लो हरेक दे नाल की आ आडा लाई रखदी, रोज़ किसी ना किसी नाल उहदी कोई ना कोई गल हुंदी रहिंदी। लेखक ने उसनूं भिजदी देख के कहा कि वह बर्तनां दी परवाह कीते बिना अंदर लंघ आवे, क्योंकि यह उसके दादा दे ही हन, क्योंकि उत्थे बर्तन पए सीगे, रोटी बनाउण दी थां सीगी ओह, ठीक है जी। तां ओह कहंदा कि तू बर्तनां दी भांडियां दी चिंता ना कर, तू अगे होके छत दे हेठां खड़ी हो जा। ओह उस वाछड़ तो सुरक्षित सी। वाछड़ पता ना मींह दा छिट्टे पैंदे हुंदे जिहड़े। उस दे पुछण ते लेखक ने उसनूं दस्सिया कि ओह अमृतसर दा रहण वाला है। कल्लो दा पता लग्या सानूं ओह बंगाल दी सीगी, बंगालन आ ओह, ते सानूं लेखक दा पता लग्या कि ओह अमृतसर दा रहण वाला वा, अते ओह कल इत्थों चला जावेगा, कि उन्हें कल इत्थों अपने दोस्त दे घरों चला जाना वा, क्योंकि इस गली विच बहुत शोर रहिंदा है। यह सुन के कल्लो चुप कर गई। फिर उसनूं पता लगा कि लेखक किताबां लिखदा है। उसनूं लेखक तो यह भी पता लगा कि अमृतसर विच उसकी पत्नी ते 3 लड़के हन। इस पिछों मींह बंद हो गया ते कल्लो काम करन लई चली गई, कि इन्नी कुछ उन्हां दे विच वार्तालाप हुंदी है, गलबात हुंदी है, उन्होंने एक दूजे के परिवार बारे पता लगता वा, तो फिर की है उन्नी देर च मींह भी हट जाता वा ते कल्लो अपने काम करन लई चली जाती है। नैक्सट देखो बच्चे, इस पिछों लेखक नूं थां बदलण दी लोड़ ना रही, क्योंकि कल्लो अपना काम करदी, किसे नाल झगड़ा नहीं सी करदी। काम करके ओह लेखक नाल कुछ गल्लां करदी ते चली जांदी। हुण तां ओह बालां नूं भी बड़े प्यार नाल रौला पाउण तो रोक दिंदी। बाल दा मतलब बच्चे हुंदा वा, ठीक है जी स्टूडेंट्स, बाल दा मतलब बच्चे। नावल का काम खत्म हो गया तो लेखक ने कल्लो नूं दस्सिया कि ओह कल उत्थों चला जाएगा। कल्लो ज़रा घबरा गई। लेखक ने कहा कि वह अगले साल फिर आवेगा। उसने उसनूं 1 रुपया दे के उसके सिर ते हत्थ फेरिया, क्योंकि उन्हें उन्होंने भरा कहा सीगा, दादा कहा सीगा कि एक भरा दे प्यार की तरह किया, उन्हें उसके सिर ते कल्लो दे हत्थ फेरिया। नैक्सट, अगले दिन अपना समान बंदियां लेखक का ध्यान महल्ले के सिरे वल पिया। उसका विश्वास सी कि कल्लो जरूर आवेगी। हुण जदों समान बन रहा सी लेखक, क्योंकि उन्हें दस्सिया सी कल्लो नूं कि उन्हें नैक्सट डे चली जाएगी,
ਲੇਖਕ ਉਹਦੀ ਵੇਟ ਕਰ ਰਿਹਾ ਸੀਗਾ, ਠੀਕ ਆ ਜੀ। ਫਿਰ ਉਹਦਾ ਧਿਆਨ ਮੁਹੱਲੇ ਦੇ ਦੂਜੇ ਪਾਸੇ ਪੈਂਦਾ ਵਾ, ਪਰ ਉਹ ਨਾ ਆਈ। ਕੱਲੋ ਜਿਹੜੀ ਆ ਉਹ ਨਹੀਂ ਆਉਂਦੀ ਅਤੇ ਉਹ ਨਿਰਾਸ਼ ਜਿਹਾ ਹੋ ਕੇ ਕੁੱਲੀ ਤੋਂ ਆਪਣਾ ਸਮਾਨ ਚੁਕਾ ਕੇ ਬੱਸ ਅੱਡੇ ਉੱਤੇ ਪਹੁੰਚ ਗਿਆ ਕਿ ਆਪਣਾ ਸਮਾਨ ਵਗੈਰਾ ਚੱਕਦਾ ਅਤੇ ਬੱਸ ਅੱਡੇ 'ਤੇ ਪਹੁੰਚ ਜਾਂਦਾ। ਮੋਟਰ ਤੁਰਨ ਦਾ ਵਕਤ ਹੋ ਰਿਹਾ ਸੀ ਅਤੇ ਉਸ ਦੀਆਂ ਨਜ਼ਰਾਂ ਸੜਕ ਵੱਲ ਕੱਲੋ ਨੂੰ ਦੇਖ ਰਹੀਆਂ ਸੀਗੀਆਂ। ਉਹ ਫਿਰ ਵੀ ਕੱਲੋ ਦੀ ਜਿਹੜੀ ਉਡੀਕ ਆ ਕਰ ਰਿਹਾ ਸੀਗਾ। ਅੰਤ ਉਹ ਬੱਸ ਵਿੱਚ ਬੈਠਾ। ਬੱਸ ਸਟਾਰਟ ਹੋ ਗਈ। ਉਸੇ ਵੇਲੇ ਉਸ ਨੂੰ ਸਿਰ 'ਤੇ ਟੋਕਰੀ ਚੁੱਕੀ ਕਾਹਲੀ ਕਾਹਲੀ ਕੱਲੋ ਆਉਂਦੀ ਦੀ ਸੀ। ਲੇਖਕ ਡਰਾਈਵਰ ਨੂੰ ਜ਼ਰਾ ਰੁਕਣ ਲਈ ਕਹਿ ਕੇ ਹੇਠਾਂ ਉਤਰਿਆ। ਉਸਨੇ ਕੱਲੋ ਤੋਂ ਟੋਕਰੀ ਫੜੀ। ਉਸਨੇ ਕਿਹਾ ਕਿ ਉਹ ਆਪਣੀ ਭਾਵਜ ਲਈ ਥੋੜ੍ਹੇ ਜਿਹੇ ਅੰਬ ਲਿਆਈ ਆ। ਭਾਵਜ ਉਹਨੇ ਆਪਣੀ ਭਰਜਾਈ ਲਈ, ਮਤਲਬ ਆਪਣੇ ਭਰਾ ਦੀ ਪਤਨੀ ਲਈ ਕੀ ਆ, ਉਹ ਅੰਬ ਲੈ ਕੇ ਆਈ ਆ। ਉਹਨਾਂ ਦੇ ਬੱਚਿਆਂ ਲਈ ਅੰਬ ਲੈ ਕੇ ਆਈ ਆ। ਲੇਖਕ ਨੇ ਦੱਸਿਆ ਕਿ ਉਸ ਨੇ ਉਹਨਾਂ ਨੂੰ ਛੂਹਿਆ ਨਹੀਂ। ਨੈਕਸਟ ਦੇਖੋ ਬੱਚੇ, ਕਿ ਉਹ ਉਹਨਾਂ ਨੂੰ ਲੈ ਲਵੇਗਾ। ਉੱਥੇ ਪੁੱਛਦੀ ਆ ਉਹਨੂੰ ਕਿ ਉਹ ਉਹਨਾਂ ਨੂੰ ਲੈ ਲੂਗਾ, ਉਹਨੇ ਛੂਹਿਆ ਨਹੀਂ ਹੈਗਾ ਉਹਨਾਂ ਨੂੰ। ਲੇਖਕ ਨੇ ਉਸ ਦੀ ਭੇਂਟ ਮਤਲਬ ਤੋਹਫਾ ਬੜੀ ਖੁਸ਼ੀ ਨਾਲ ਕਬੂਲ ਕੀਤੀ ਅਤੇ ਜਿਸ ਨਾਲ ਉਹ ਖਿੜ ਗਈ ਮਤਲਬ ਖੁਸ਼ ਹੋ ਗਈ ਕੱਲੋ। ਲੇਖਕ ਨੇ ਟੋਕਰੀ ਬੱਸ ਉੱਤੇ ਰਖਵਾਈ ਅਤੇ ਕੱਲੋ ਤੋਂ ਵਿਦਾ ਹੋ ਕੇ ਬੱਸ ਵਿੱਚ ਜਾ ਬੈਠਾ। ਉਸਨੇ ਪਰਤ ਕੇ ਦੇਖਿਆ ਕਿ ਕੱਲੋ ਭਰਾ ਦੇ ਪਿਆਰ ਵਿੱਚ ਭਿੱਜੀ ਬੱਸ ਵੱਲ ਦੇਖ ਰਹੀ ਸੀ। ਸਟੂਡੈਂਟਸ, ਇਹ ਤੋਂ ਹੁਣ ਸਾਨੂੰ ਪਤਾ ਲੱਗਦਾ ਕਿ ਕੱਲੋ ਜਿਹੜੀ ਸਫਾਈ ਸੇਵਿਕਾ ਸਾਰਾ ਦਿਨ ਲੜਦੀ ਸੀ ਕਿਸੇ ਨਾ ਕਿਸੇ ਨਾਲ, ਕਿਵੇਂ ਇੱਕ ਬਹਿਨ ਸ਼ਬਦ ਯੂਜ਼ ਕਰਨ 'ਤੇ ਕੀ ਆ ਉਹਦੇ ਵਿੱਚ ਤਬਦੀਲੀ ਆ ਜਾਂਦੀ ਆ ਅਤੇ ਉਹਦੇ ਸੁਭਾਅ ਦੇ ਵਿੱਚ ਫ਼ਰਕ ਦਿਖਣ ਲੱਗ ਜਾਂਦਾ ਵਾ।